ਘਰਦਿਆਂ ਨੇ ਫਿਰ ਇੱਕ ਆਪਣੀ ਨੂੰਹ ਦੇ ਨਾਲ ਸ਼ਰਤ ਰੱਖ ਲਈ। ਉਹ ਸ਼ਰਤ ਕਿਹੜੀ ਸੀ? ਉਹ ਆਖਣ ਲੱਗੇ, ਕਹਿੰਦੇ ਬਈ ਫਿਰ ਇੱਕ ਕੰਮ ਕਰ, ਜਾ ਤਾਂ ਹੁਣ ਤੂੰ ਆਪਣੇ ਕੋਲ ਬਾਣੀ ਰੱਖ, ਜਾ ਫਿਰ ਘਰ ਨੂੰ ਛੱਡ ਦੇ। ਸਾਧ ਸੰਗਤ ਜੀ ਹੁਣ ਬੜੀ ਦੁਬਿਧਾ ਦੇ ਵਿੱਚ ਫਸੀ, ਤਾਂ ਬੜਾ ਕੰਮ ਔਖਾ ਹੋ ਗਿਆ ਉਸ ਵਕਤ ਸਾਧ ਸੰਗਤ ਜੀ। ਤੇ ਫਿਰ ਉਹ ਪਿਤਾ ਨੇ, ਉਹ ਸਰਦਾਰ ਨੇ, ਸਾਧ ਸੰਗਤ ਜੀ ਗੱਲ ਚੇਤੇ ਆਈ ਕਿ ਮੈਂ ਵੀ ਸਰਦਾਰ ਦੇ ਨਾਲ ਵਚਨ ਕੀਤਾ ਸੀ। ਉਹ ਆਖਣ ਲੱਗਿਆ, ਕਹਿੰਦਾ ਧੀਏ ਇੱਕ ਕੰਮ ਕਰੀ, ਜੇ ਤੂੰ ਬਾਣੀ ਪੜ੍ਹਦੀ ਹੈ, ਤੈਨੂੰ ਆਪਣੇ ਗੁਰੂ ਦੇ ਉੱਪਰ ਵਿਸ਼ਵਾਸ ਹੈ, ਫਿਰ ਆਪਾਂ ਤੇਰੇ ਨਾਲ ਇੱਕ ਸ਼ਰਤ ਕਰਨੀ ਹੈ, ਤੂੰ ਉਸ ਦਿਨ ਤੋਂ ਬਾਅਦ ਬਾਣੀ ਨਾ ਪੜ੍ਹੀ। ਸਾਧ ਸੰਗਤ ਜੀ ਸ਼ਰਤ ਕੀ ਲਗਾਈ? ਉਹ ਆਖਣ ਲੱਗੇ, ਜੇ ਤੇਰਾ ਗੁਰੂ ਨਾਨਕ ਸੱਚਾ ਹੈ, ਜਿਹਨੂੰ ਤੂੰ ਪਿਆਰ ਕਰਦੀ, ਜਿਹਨੂੰ ਬਾਣੀ ਪੜ੍ਹਦੀ, ਜਿਹਦੇ ਲਈ ਤੂੰ ਅੰਮ੍ਰਿਤ ਵੇਲੇ ਉੱਠਦੀ ਹੈ, ਜੇ ਉਹ ਗੁਰੂ ਨਾਨਕ ਹੈ ਤਾਂ ਫਿਰ ਇੱਕ ਕੰਮ ਕਰੀ, ਉਹ ਤੇਰਾ ਗੁਰੂ ਨਾਨਕ ਕੱਲ੍ਹ ਨੂੰ ਸਾਡੇ ਘਰੇ ਆਉਣਾ ਚਾਹੀਦਾ। ਉਹ ਤੇਰਾ ਗੁਰੂ ਕੱਲ੍ਹ ਨੂੰ ਸਾਡੇ ਘਰੇ ਆਉਣਾ ਚਾਹੀਦਾ। ਜੇ ਤੇਰਾ ਗੁਰੂ ਸਾਡੇ ਘਰੇ ਆ ਗਿਆ ਤਾਂ ਤੂੰ ਜਿੱਤ ਗਈ, ਤੂੰ ਬਾਣੀ ਪੜ੍ਹ ਸਕਦੀ ਹੈ। ਜੇ ਤੇਰਾ ਗੁਰੂ ਸਾਡੇ ਘਰੇ ਨਾ ਆਇਆ ਤੇ ਸਾਧ ਸੰਗਤ ਜੀ ਉਸ ਵਕਤ ਆਖਣ ਲੱਗੇ, ਤੈਨੂੰ ਬਾਣੀ ਪੜ੍ਹਨੀ ਛੱਡਣੀ ਪਵੇਗੀ। ਸ਼ਰਤ ਰੱਖ ਦਿੱਤੀ। ਇਹੋ ਜਿਹੇ ਸਾਧ ਸੰਗਤ ਜੀ ਸਾਡੇ ਅੱਜ ਘਰਾਂ ਦੇ ਵਿੱਚ ਕੰਮ ਹੁੰਦੇ ਆ। ਜੇ ਸਾਨੂੰ ਕੋਈ ਧੀ ਬੱਚਾ, ਸਾਨੂੰ ਕੋਈ ਗੁਰਬਾਣੀ ਵਾਲਾ ਪੜ੍ਹਨ ਵਾਲਾ ਮਿਲ ਜਾਵੇ ਤੇ ਆਪਾਂ ਸਮਾਜ ਉਹਦੇ ਉੱਪਰ ਉਂਗਲ ਚੁੱਕ ਦਿੰਦੇ ਆ। ਉਸ ਵਕਤ ਧੀ ਨੇ ਹੱਥ ਜੋੜੇ, ਸਤ ਬਚਨ ਆਖਿਆ। ਸਾਧ ਸੰਗਤ ਜੀ ਆਪਣੇ ਕਮਰੇ ਵਿੱਚ ਗਈ, ਨਾ ਪ੍ਰਸ਼ਾਦਾ ਛਕਿਆ, ਨਾ ਪਾਣੀ ਪੀਤਾ। ਇੱਕੋ ਸਾਧ ਸੰਗਤ ਚੌਂਕੜੇ ਵਿੱਚ ਬੈਠ ਕੇ ਗੁਰੂ ਨਾਨਕ ਨੂੰ ਯਾਦ ਕਰਨ ਲੱਗੀ। ਜਪਜੀ ਸਾਹਿਬ ਦੇ ਪਾਠ ਕੀਤੇ, ਸੁਖਮਨੀ ਸਾਹਿਬ ਦੇ ਪਾਠ ਕੀਤੇ, ਅਰਦਾਸ ਕੀਤੀ, ਐ ਗੁਰੂ ਨਾਨਕ ਅੱਜ ਮੇਰੀ ਨਹੀਂ ਹੈ, ਅੱਜ ਸੱਚੇ ਪਾਤਸ਼ਾਹ ਤੇਰੀ ਲਾਜ ਹੈ। ਅੱਜ ਇਹਨਾਂ ਨੇ ਤੇਰੇ ਨਾਲ ਚੈਲੰਜ ਕੀਤਾ ਹੈ। ਗੁਰੂ ਨਾਨਕ ਜੇ ਤੂੰ ਸੱਚਾ ਵਾਕਈ, ਫਿਰ ਅੱਜ ਸਾਡੇ ਘਰ ਦੇ ਵਿੱਚ ਕੱਲ੍ਹ ਨੂੰ ਤੈਨੂੰ ਆਣੇ ਪੈਣਾ ਹੈ। ਜੇ ਤੂੰ ਨਾ ਆਇਆ, ਇੱਥੇ ਮੇਰੇ ਬਾਪੂ ਦਾ ਕਸੂਰ ਨਹੀਂ ਹੈ, ਇੱਥੇ ਮੇਰੇ ਪਿਤਾ ਦਾ ਕਸੂਰ ਨਹੀਂ। ਫਿਰ ਮੈਂ ਆਖੂੰਗੀ ਗੁਰੂ ਨਾਨਕ ਨੇ ਪਿਤਾ ਹੋ ਕੇ ਮੇਰਾ ਪੱਲਾ ਨਹੀਂ ਫੜਿਆ, ਗੁਰੂ ਨਾਨਕ ਬਾਪ ਹੋ ਕੇ ਮੇਰਾ ਪੱਲਾ ਨਹੀਂ ਫੜਿਆ। ਸਾਧ ਸੰਗਤ ਜੀ ਜਦੋਂ ਇਹ ਗੱਲ ਕਰ ਦਿੱਤੀ, ਹੁਣ ਉਹ ਧੀ ਬੱਚੀ ਬਾਣੀ ਪੜ੍ਹਦੀ ਰਹੇ। ਰੱਬ ਦਾ ਭਾਣਾ ਇਹੋ ਜਿਹਾ ਵਾਪਰਿਆ। ਸਾਧ ਸੰਗਤ ਜੀ ਬਹੁਤ ਬੱਦਲ ਆਇਆ, ਬਾਰਿਸ਼ ਹੋਣ ਲੱਗੀ। ਜਦੋਂ ਉਹ ਬਾਰਿਸ਼ ਹੋਈ ਨਾ ਤੇ ਸਾਧ ਸੰਗਤ ਜੀ ਉਹ ਸਾਖੀਕਾਰ ਜਿਹਨੇ ਇਹ ਘਟਨਾ ਲਿਖੀ, ਉਹ ਲਿਖਦੇ ਨੇ ਕਿ ਇੰਨੀ ਕੁ ਬਾਰਿਸ਼ ਹੋਈ, ਇੰਨਾ ਮੀਂਹ ਪਿਆ, ਸਾਰੇ ਪਾਸੇ ਪਾਣੀ ਪਾਣੀ ਹੋ ਗਿਆ, ਸਾਰੇ ਪਾਸੇ। ਸਾਧ ਸੰਗਤ ਜੀ ਹੁਣ ਜਿਹੜਾ ਉਸ ਨਗਰ ਦੇ ਵਿੱਚ ਗੁਰਦੁਆਰਾ ਸੀ, ਗੁਰੂ ਘਰ, ਉਹ ਕੱਚਾ ਸੀ। ਸਾਧ ਸੰਗਤ ਜੀ ਉਹ ਜ਼ਿਆਦੇ ਬਾਰਿਸ਼ ਪੈਣ ਦੇ ਨਾਲ ਜਦੋਂ ਉਹ ਕੋਠੇ ਦੇ ਗੁਰੂ ਘਰ ਦੀ ਛੱਤ ਚੌਣ ਲੱਗੀ ਤੇ ਉੱਥੇ ਦਾ ਸਾਧ ਸੰਗਤ ਜਿਹੜਾ ਗ੍ਰੰਥੀ ਸਿੰਘ ਆਖਣ ਲੱਗਿਆ, ਹੁਣ ਕੀਤਾ ਕੀ ਜਾਵੇ, ਸਾਰੇ ਪਾਸੇ ਤਾਂ ਪਾਣੀ ਹੈ, ਛੱਤ ਵੀ ਚੌਂਦੀ ਪਈ ਹੈ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕਿੱਥੇ ਰੱਖੀਏ। ਤੇ ਸਾਧ ਸੰਗਤ ਜੀ ਜਿਹੜਾ ਸਮਾਂ ਮਿਥਿਆ ਸੀ, ਜਿਹੜਾ ਦਿਨ ਮਿਥਿਆ ਸੀ, ਸਾਧ ਸੰਗਤ ਜੀ ਫਿਰ ਉਹ ਗ੍ਰੰਥੀ ਸਿੰਘ ਆਖਣ ਲੱਗਿਆ, ਕਹਿੰਦਾ ਇੱਕ ਘਰ ਹੈ, ਉਸ ਘਰ ਦੇ ਵਿੱਚੋਂ ਇੱਕ ਬੀਬੀ, ਇੱਕ ਨੌ ਰੋਜ਼ ਗੁਰਦੁਆਰੇ ਮੱਥਾ ਟੇਕਣ ਆਂਦੀ ਹੈ। ਉਹ ਘਰ ਵੀ ਪੱਕਾ ਕਿਉਂ ਨਾ ਹੋਵੇ, ਆਪਾਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਉਹਨਾਂ ਦੇ ਘਰੇ ਲੈ ਜਾਈਏ। ਜਦੋਂ ਸਾਧ ਸੰਗਤ ਜੀ ਇਹ ਗੱਲ ਹੋਈ ਨਾ, ਉਸੇ ਵਕਤ ਉਹਨਾਂ ਨੇ ਤਿਆਰੀ ਕੀਤੀ, ਮਹਾਰਾਜ ਸਰੂਪ ਮੰਜੀ ਦੇ ਉੱਪਰ ਸਜਾਇਆ ਤੇ ਸਾਧ ਸੰਗਤ ਜੀ ਤਿਆਰਾ ਕਰਕੇ, ਕਮਰ ਕਸ਼ਾ ਕਰਕੇ ਅੱਗੇ ਜਦੋਂ ਘੜਿਆਲ ਲਈ, ਸਾਧ ਸੰਗਤ ਜੀ ਵਾਹਿਗੁਰੂ ਦਾ ਸਿਮਰਨ ਕਰਦੇ ਤੁਰਨ ਲੱਗਿਆ। ਘਰਦਿਆਂ ਨੂੰ ਦੱਸਿਆ ਨਹੀਂ ਹੈ ਤੁਹਾਡੇ ਘਰੇ ਆਪਾਂ ਮਹਾਰਾਜ ਦਾ ਸਰੂਪ ਲੈ ਕੇ ਆਣਾ ਹੈ। ਸਾਧ ਸੰਗਤ ਜੀ ਉਧਰ ਦੂਸਰਾ ਦਿਨ ਚੜਿਆ, ਸਮਾਂ ਰੱਖਿਆ ਸੀ, ਜੇ ਕੱਲ ਨੂੰ ਗੁਰੂ ਨਾਨਕ ਸਾਡੇ ਘਰ ਦੇ ਵਿੱਚ ਆ ਗਏ, ਫਿਰ ਧੀਏ ਤੂੰ ਜਿੱਤ ਗਈ, ਆਪਾਂ ਸ਼ਰਾਬ ਪੀਣੀ ਛੱਡ ਦੇਵਾਂਗੇ, ਤੇ ਜੇ ਨਾ ਆਏ ਫਿਰ ਆਪਾਂ ਆਪਣੀ ਮਨਿਆਈ ਕਰਾਂਗੇ, ਤੂੰ ਬਾਣੀ ਪੜ੍ਹਨੀ ਛੱਡ ਦੇਵੇਂ। ਹੁਣ ਸਾਧ ਸੰਗਤ ਜੀ ਉਹ ਧੀ ਵੀ ਹੱਥ ਜੋੜ ਕੇ ਅਰਦਾਸਾਂ ਕਰਦੀ ਹੈ। ਸਮਾਂ ਹੋਇਆ, ਪਰਿਵਾਰ ਇਕੱਠਾ ਹੋਇਆ। ਹੁਣ ਪਰਿਵਾਰ ਆਪਣੀ ਖੁਸ਼ੀ ਦੇ ਵਿੱਚ ਸੀ ਕਿ ਹੁਣ ਇਹ ਲਾਜ਼ਮ ਹਾਰ ਜਾਵੇਗੀ, ਸਾਡੀ ਜਿੱਤ ਹੋਵੇਗੀ। ਕਿਉਂਕਿ ਸਾਧ ਸੰਗਤ ਜੀ ਜਿਹੜਾ ਬੰਦਾ ਪਾਪੀ ਹੈ ਨਾ, ਪਾਪ ਬੁਰਾ ਪਾਪੀ ਕੋ ਪਿਆਰਾ, ਮਹਾਰਾਜ ਕਹਿੰਦੇ ਜਿਹੜਾ ਬੰਦਾ ਪਾਪੀ, ਇਹਨਾਂ ਨੂੰ ਪਾਪ ਹੀ ਚੰਗਾ ਲੱਗਦਾ। ਸਾਧ ਸੰਗਤ ਜੀ ਇਸ ਕਰਕੇ ਉਹ ਪਰਿਵਾਰ ਇਕੱਠਾ ਹੋ ਕੇ ਆਪਣੀ ਧੀ ਨੂੰ, ਨੌਂ ਨੂੰ ਆਵਾਜ਼ ਮਾਰਦੇ, ਕਹਿੰਦੇ ਸਮਾਂ ਹੋ ਗਿਆ, ਥੱਲੇ ਆ ਜਾ ਬਈ, ਹੁਣ ਤੇਰਾ ਗੁਰੂ ਨਾਨਕ ਨੇ ਸਾਡੇ ਘਰੇ ਨਹੀਂ ਆਣਾ, ਗੁਰੂ ਨੇ ਸਾਡੇ ਘਰੇ ਨਹੀਂ ਆਣਾ, ਤੂੰ ਥੱਲੇ ਆ ਜਾ, ਹੁਣ ਤੈਨੂੰ ਆਪਣੀ ਹਾਰ ਕਬੂਲਣੇ ਪਵੇਗੀ। ਸਾਧ ਸੰਗਤ ਜਦੋਂ ਉਹ ਧੀ ਪੌੜੀਆਂ ਤੋਂ ਉਤਰ ਕੇ ਥੱਲੇ ਆਈ, ਇੰਨੇ ਨੂੰ ਸਾਧ ਸੰਗਤ ਜੀ ਦਰਵਾਜ਼ੇ ਦੇ ਉੱਪਰ ਇੱਕ ਬੈਲ ਵੱਜੀ। ਉਹ ਕਿਉਂਕਿ ਜਿਹੜੀਆਂ ਸਿਆਣੀਆਂ ਧੀਆਂ ਹੁੰਦੀਆਂ ਨਾ,
ਸਾਧ ਸੰਗਤ ਜੀ ਅੱਜ ਤਾਂ ਸਮਾਂ ਬਦਲ ਗਿਆ। ਦਰਵਾਜ਼ਾ ਕੋਈ ਖੜਕਾਉਂਦਾ ਹੋਵੇ ਨਾ, ਧੀ ਮਾਂ ਨੂੰ ਆਖਦੀ ਕਹਿੰਦੇ ਜਾ ਕੇ ਖੋਲ ਦੇ ਫਟਾਫਟ। ਸਮਾਂ ਚੇਂਜ ਹੋ ਗਿਆ। ਸਾਧ ਸੰਗਤ ਜੀ ਉਸ ਵਕਤ ਉਹ ਨੂੰਹ ਵਿਚਾਰੀ ਉਹਨੇ ਉਸੇ ਵਕਤ ਗਈ, ਜਾ ਕੇ ਦਰਵਾਜ਼ਾ ਖੋਲ੍ਹਿਆ। ਜਦੋਂ ਦਰਵਾਜ਼ਾ ਖੋਲ੍ਹਿਆ ਸਾਹਮਣੇ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ। ਉਹਨੇ ਜਦ ਹੀ ਨਮਸਕਾਰ ਕਰ ਦਿੱਤੀ, ਐ ਗੁਰੂ ਨਾਨਕ ਅੱਜ ਤੈਂ ਲਾਜ ਰੱਖ ਲਈ ਹੈ। ਇਸ ਕਰਕੇ ਮੈਂ ਬੇਨਤੀ ਇਹ ਸਾਧ ਸੰਗਤ ਜੀ ਕਰਨੀ ਚਾਹੁੰਦਾ ਕਿ ਜਿਹੜਾ ਬੰਦਾ ਸੱਚੇ ਮਨ ਦੇ ਨਾਲ ਗੁਰਬਾਣੀ ਦੇ ਨਾਲ ਜੁੜਿਆ ਹੈ ਨਾ, ਹਾਂ ਜ਼ਿੰਦਗੀ ਵਿੱਚ ਤਕਲੀਫਾਂ ਸਾਰਿਆਂ ਨੂੰ ਆਉਂਦੀਆਂ। ਪਾਤਸ਼ਾਹ ਆਖਦੇ ਨੇ ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਉਹ ਤੇਰੀ ਜ਼ਿੰਦਗੀ ਦੇ ਦੁੱਖ ਸੁੱਖ ਇਹ ਤਾਂ ਕੱਪੜਿਆਂ ਦੀ ਤਰ੍ਹਾਂ ਸੱਜਣਾ, ਜਿਵੇਂ ਕੱਪੜੇ ਬੰਦਾ ਬਦਲਦਾ, ਦੁੱਖ ਸੁੱਖ ਜ਼ਿੰਦਗੀ ਦੇ ਵਿੱਚ ਆਉਂਦੇ ਰਹਿੰਦੇ, ਘਾਬਰੀ ਦਾ ਨਹੀਂ ਹੈ। ਪਰ ਯਾਦ ਰੱਖੀ ਬਾਣੀ ਦਾ ਪੱਲਾ ਨਾ ਛੱਡੀ, ਗੁਰੂ ਨਾਨਕ ਦਾ ਪੱਲਾ ਨਾ ਛੱਡੀ। ਗੁਰੂ ਨਾਨਕ ਜੇ ਵਾਕਈ ਤੂੰ ਇਹ ਆਖਦਾ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਪਉ ਕਿਹਾ ਕਾੜਾ ਜੀਓ ਅਰਦਾਸ ਕਰਿਆ ਕਰ ਐ ਗੁਰੂ ਨਾਨਕ ਤੂੰ ਹੀ ਮੇਰਾ ਪਿਤਾ ਹੈ, ਤੂੰ ਹੀ ਮੇਰੀ ਲਾਜ ਰੱਖਣੀ ਹੈ। ਤੇ ਸਾਧ ਸੰਗਤ ਜੀ ਜਦੋਂ ਗੁਰੂ ਨਾਨਕ, ਜਦੋਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸਰੂਪ ਘਰੇ ਆਇਆ, ਜਿਹੜੇ ਅੱਗੇ ਸਾਧ ਸੰਗਤ ਜੀ ਮਜ਼ਾਕ ਖੰਡ ਵਾਸਤੇ ਖੜੇ ਸੀ, ਉਹਨਾਂ ਨੇ ਵੀ ਸੀਸ ਝੁਕਾ ਕੇ ਨਮਸਕਾਰ ਕਰ ਦਿੱਤੀ। ਤੇ ਇੱਕੋ ਗੱਲ ਆਖੀ, ਧੀਏ ਤੂੰ ਸੱਚੀ ਹੈ, ਤੂੰ ਜਿੱਤ ਗਈ ਹੈ। ਤੇ ਉਸ ਧੀ ਦਾ ਸਹੁਰੇ ਘਰ ਦੇ ਵਿੱਚ ਰੱਜ ਕੇ ਸਤਿਕਾਰ ਹੋਇਆ। ਉਹਨਾਂ ਬੰਦਿਆਂ ਨੇ ਸ਼ਰਾਬ ਪੀਣੀ ਛੱਡ ਦਿੱਤੀ। ਇਸ ਕਰਕੇ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ, ਜੇ ਮਾਪਿਆਂ ਨੇ ਧੀਆਂ ਦੇ ਵਿੱਚ ਗੁਣ ਭਰੇ ਹੋਣ ਨਾ, ਜੇ ਕਿਤੇ ਮਾਪੇ ਨੇ ਧੀਆਂ ਨੂੰ ਸਾਧ ਸੰਗਤ ਜੀ ਗੁਰਬਾਣੀ ਸਿਖਾਈ ਹੋਵੇ, ਯਾਦ ਰੱਖਿਓ ਧੀਆਂ ਸਾਧ ਸੰਗਤ ਜੀ ਮਾਪਿਆਂ ਦਾ ਵੀ ਸਿਰ ਉੱਚਾ ਕਰ ਦਿੰਦੀਆਂ ਨੇ, ਧੀਆਂ ਸਹੁਰਿਆਂ ਦਾ ਵੀ ਸਿਰ ਉੱਚਾ ਕਰ ਦਿੰਦੀਆਂ ਨੇ। ਉਹ ਧੀਆਂ ਆਪਣੀ ਆਉਣ ਵਾਲੀ ਸੰਤਾਨ ਦਾ ਸਿਰ ਵੀ ਉੱਚਾ ਕਰ ਦਿੰਦੀਆਂ ਨੇ। ਪਰ ਧੀ ਦੇ ਅੰਦਰ ਗੁਣ ਹੋਣੇ ਚਾਹੀਦੇ ਆ। ਧੀ ਦੇ ਅੰਦਰ ਸਾਧ ਸੰਗਤ ਜੀ ਮਾਂ ਨੂੰ ਪਹਿਲਾਂ ਗੁਣ ਸਿਖਾਣੇ ਚਾਹੀਦੇ ਆ। ਮੈਂ ਫਿਰ ਬਚਨ ਉਚਾਰਨ ਕਰਦੇ ਹਾਂ। ਭਾਈ ਗੁਰਦਾਸ ਆਖਦੇ ਨੇ, ਨਾਹਰ ਕੁਆਰ ਕੰਨਿਆ ਲਾਡਲੀ ਕਹਿ ਮਾਨੀਐ, ਵਿਆਹੇ ਸਸੁਰਾਲ ਜਾਏ ਗੁਣਨ ਪਹਿ ਮਾਨੀਐ। ਐ ਧੀਏ ਭੈਣੇ, ਤੇਰੀ ਕਦਰ ਉਦੋਂ ਹੋਣੀ ਜਦੋਂ ਤੇਰੇ ਅੰਦਰ ਗੁਣ ਹੋਵੇਗੇ। ਸਹੁਰੇ ਘਰ ਫਿਰ ਤਾਂ ਤੇਰੀ ਕਦਰ ਕਰ ਸਕਦਾ ਹੈ। ਤੇ ਸਾਧ ਸੰਗਤ ਜੀ ਇਸੇ ਤਰ੍ਹਾਂ ਸਤਿਗੁਰੂ ਗੁਰੂ ਪਾਤਸ਼ਾਹ ਜੀ ਨੇ, ਗੁਰੂ ਰਾਮਦਾਸ ਮਹਾਰਾਜ ਆਖਦੇ ਨੇ, ਜਿਹੜੇ ਫਿਰ ਸਿੱਖ ਦੇ ਅੰਦਰ ਗੁਣ ਆ ਜਾਵੇ ਨਾ, ਗੁਰਬਾਣੀ ਸਦ ਮਿੱਠੀ ਲਾਗੀ ਪਾਪ ਵਿਕਾਰ ਗਵਾਇਆ, ਹਉਮੈ ਰੋਗ ਗਿਆ ਪਉ ਭਾਗਾ ਸਹਿਜੇ ਸਹਿਜ ਮਿਲਾਇਆ। ਕਾਇਆ ਸੇਜ ਗੁਰ ਸ਼ਬਦ ਸੁਖਾਲੀ, ਗਿਆਨ ਤਤ ਕਰ ਭੋਗੋ, ਅਨ ਦਿਨ ਸੁਖ ਮਾਣੇ ਨਿਤ ਰਲੀਆਂ, ਨਾਨਕ ਧੁਰ ਸੰਜੋਗੋ, ਸਤ ਸੰਤੋਖ ਕਰ ਭਾਓ, ਕੁੜਮ ਕੁੜਮਾਈ ਆਇਆ ਬਲਰਾਮ ਜੀਓ। ਫਿਰ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਜਦੋਂ ਸਿੱਖ ਦੇ ਅੰਦਰ ਇਹ ਗੁਣ ਆ ਜਾਵੇ, ਸਿੱਖ ਆਪਣੇ ਅੰਦਰੋਂ ਹਉਮੈ ਛੱਡ ਦਵੇ, ਸਿੱਖ ਆਪਣੇ ਅੰਦਰੋਂ ਅਹੰਕਾਰ ਛੱਡ ਦਵੇ, ਸਿੱਖ ਦੇ ਅੰਦਰ ਸਤ ਆ ਜਾਵੇ, ਸਿੱਖ ਦੇ ਅੰਦਰ ਸੰਤੋਖ ਆ ਜਾਵੇ। ਸਤ ਸੰਤੋਖ ਕਰ ਭਾਓ, ਇਹ ਦੋ ਸ਼ਬਦ ਹੈ ਸਾਧ ਸੰਗਤ ਜੀ ਗੁਰਬਾਣੀ। ਇੱਕ ਸ਼ਬਦ ਹੈ ਭਉ, ਇੱਕ ਸ਼ਬਦ ਹੈ ਭਾਉ। ਭਉ ਦਾ ਅਰਥ ਹੁੰਦਾ ਹੈ ਡਰ, ਭਾਉ ਦਾ ਅਰਥ ਹੁੰਦਾ ਹੈ ਪਿਆਰ। ਮਹਾਰਾਜ ਕਹਿੰਦੇ, ਜਿਸ ਸਿੱਖ ਦੇ ਅੰਦਰ ਸੰਤੋਖ ਆ ਗਿਆ, ਜਿਸ ਸਿੱਖ ਦੇ ਜੀਵਨ ਦੇ ਅੰਦਰ ਸਤ ਆ ਗਿਆ, ਜਿਸ ਸਿੱਖ ਦੇ ਜੀਵਨ ਦੇ ਅੰਦਰ ਪਿਆਰ ਪੈਦਾ ਹੋ ਗਿਆ ਪਰਮਾਤਮਾ ਦੇ ਲਈ, ਫਿਰ ਮਹਾਰਾਜ ਕਹਿੰਦੇ ਸਤ ਸੰਤੋਖ ਕਰ ਭਾਓ, ਕੁੜਮ ਕੁੜਮਾਈ ਆਇਆ ਬਲਰਾਮ ਜੀਓ। ਫਿਰ ਮਹਾਰਾਜ ਕਹਿੰਦੇ, ਜਿਵੇਂ ਇੱਕ ਧੀ ਦਾ ਪਿਤਾ ਨਾ ਆਪਣੇ ਧੀ ਦਾ ਆਪ ਸ਼ਗਨ ਲੈ ਕੇ, ਕਹਿੰਦੇ ਆਪ ਨਾਲ ਬੰਦੇ ਲੈ ਕੇ ਪਹੁੰਚਦਾ, ਸਾਧ ਸੰਗਤ ਜੀ ਇਸੇ ਤਰ੍ਹਾਂ ਫਿਰ ਗੁਰੂ ਵੀ ਆਪਣੇ ਸਿੱਖ ਨੂੰ ਪਰਮਾਤਮਾ ਦੇ ਨਾਲ ਮਿਲਾ ਦਿੰਦਾ ਹੈ। ਇੱਕ ਵਿਆਹ ਦਾ ਸ਼ਬਦ ਤੁਹਾਨੂੰ ਯਾਦ ਹੋਵੇ, ਇਹ ਵੀ ਸਾਡਾ ਸਾਧ ਸੰਗਤ ਜੀ ਦੁਰਭਾਗ ਰਿਹਾ। ਅੱਜ ਆਪਾਂ ਬਾਣੀ ਤੋਂ ਬਹੁਤ ਪਿੱਛੇ ਹਟ ਗਏ ਹਾਂ, ਬਾਣੀ ਸੁਣਨ ਨੂੰ ਤਿਆਰ ਨਹੀਂ ਆ। ਕਿਤੇ ਸਮੇਂ ਸੀ, ਭਾਵੇਂ ਸਾਡੇ ਬਜ਼ੁਰਗ ਅਨਪੜ੍ਹ ਸੀ, ਸਾਡੇ ਬਜ਼ੁਰਗਾਂ ਨੂੰ ਪੜ੍ਹਨੇ ਨਹੀਂ ਆਇਆ, ਪਰ ਸਾਧ ਸੰਗਤ ਜੀ ਉਹਨਾਂ ਸਮਿਆਂ ਦੇ ਵਿੱਚ ਬਜ਼ੁਰਗਾਂ ਨੇ ਬੈਠ ਕੇ ਬਾਣੀ ਸੁਣਨੀ ਤੇ ਬਾਣੀ ਨੂੰ ਜਿੰਨਾ ਹੋ ਸਕੇ ਕੰਠ ਕਰਨਾ। ਹੁਣ ਆਪਾਂ ਪੜ੍ਹ ਤਾਂ ਬਹੁਤ ਗਏ ਹਾਂ, ਆਪਾਂ ਸਾਧ ਸੰਗਤ ਜੀ ਡਿਗਰੀਆਂ ਬਹੁਤ ਕਰ ਲਈਆਂ, BEd BA ਵਗੈਰਾ ਸਾਰੀਆਂ ਸਾਧ ਸੰਗਤ ਜੀ ਕਰਕੇ। ਪਰ ਯਾਦ ਰੱਖਿਓ, ਅੱਜ ਮੈਂ ਇੱਕ ਬੇਨਤੀ ਕਰਾਂ, ਸਾਡੇ ਨਗਰ ਦੀ ਘਟਨਾ ਸਾਧ ਸੰਗਤ ਜੀ, ਮੈਨੂੰ ਬੜਾ ਦੁੱਖ ਲੱਗਿਆ ਜਦੋਂ ਇੱਕ ਬਜ਼ੁਰਗ ਨਾ, ਸ਼ਾਮਾਂ ਨੂੰ ਮੈਂ ਪਾਠ ਕਰਨ ਲੱਗਿਆ ਸੀ ਰਹਿਰਾਸ ਦਾ, ਹਜੇ ਸ਼ੁਰੂ ਕਰਨ ਲੱਗਿਆ, ਉਹ ਬਜ਼ੁਰਗ ਨੇ ਬਾਹਰੋਂ ਹੀ ਆਵਾਜ਼ ਮਾਰੀ, ਕਹਿੰਦਾ ਜੀ ਰੁਕਿਓ। ਮੈਂ ਜਦ ਹੀ ਸਾਧ ਸੰਗਤ ਸਪੀਕਰ ਬੰਦ ਕੀਤਾ, ਇੰਤਜ਼ਾਰ ਕਰਨ ਲੱਗੇ ਹਾਂ, ਉਹ ਬਜ਼ੁਰਗ ਨੇ ਸਾਧ ਸੰਗਤ ਜੀ ਆਪਣੀ ਜੇਬ ਦੇ ਵਿੱਚੋਂ
ਇੱਕ ਸਾਧ ਸੰਗਤ ਜੀ ਗੁਰਬਾਣੀ ਦਾ ਗੁਟਕਾ ਕੱਢਿਆ। ਗੁਰਬਾਣੀ ਦਾ ਗੁਟਕਾ ਕੱਢ ਕੇ ਆਖਣ ਲੱਗਿਆ, ਕਹਿੰਦਾ ਜੀ ਆਹ ਗੁਟਕਾ ਸਭ ਸਾਡੇ ਘਰ ਦੇ ਵਿੱਚ ਸੀ, ਇਹ ਗੁਟਕਾ ਸਭ ਹੁਣ ਮੈਂ ਇੱਥੇ ਰੱਖਣਾ ਚਾਹੁੰਦਾ। ਮੈਂ ਪੁੱਛਿਆ ਕਿਉਂ? ਕਹਿੰਦਾ ਹੁਣ ਘਰ ਦੇ ਵਿੱਚ ਗੁਰਬਾਣੀ ਪੜ੍ਹਨ ਵਾਲਾ ਨਹੀਂ ਕੋਈ ਰਿਹਾ। ਸਾਧ ਸੰਗਤ ਜੀ ਕਿਤੇ ਉਹ ਸਮਾਂ ਸੀ ਆਪਾਂ ਗੁਰੂ ਘਰਾਂ ਦੇ ਵਿੱਚੋਂ ਗੁਟਕਾ ਸਭ ਲਿਜਾ ਕੇ ਘਰੇ ਰੱਖਦੇ ਸੀ ਕਿ ਕਿਤੇ ਬੱਚਾ ਧੀ ਸਾਡੀ ਬਾਣੀ ਪੜ੍ਹ ਲਵੇ, ਸਾਡੀ ਬੱਚੀ ਧੀ ਬਾਣੀ ਪੜ੍ਹ ਕੇ ਸਾਨੂੰ ਸੁਣਾ ਦੇਵੇ। ਅੱਜ ਸਾਧ ਸੰਗਤ ਜੀ ਗੁਟਕਾ ਸਭ ਘਰਾਂ ਤੋਂ ਗੁਰਦੁਆਰੇ ਨੂੰ ਆਉਣ ਲੱਗ ਪਏ। ਆਪ ਚੇਤੇ ਰੱਖੋ ਸਾਡੇ ਦਿਨ ਚੰਗੇ ਆ ਜਾਂ ਮਾੜੇ ਆ। ਆਪਾਂ ਕਿੰਨੀ ਕੁ ਤਰੱਕੀ ਕਰ ਲਈ ਹੈ? ਆਪਾਂ ਤਰੱਕੀ ਨਹੀਂ ਕੀਤੀ ਹੈ। ਹਾਂ ਦੁਨੀਆ ਨੂੰ ਦਿਖਾਉਣ ਵਾਸਤੇ ਬਹੁਤ ਤਰੱਕੀ ਕਰ ਲਈ, ਪਰ ਰੱਬ ਦੇ ਨਾਲ ਬਹੁਤ ਪਿੱਛੇ ਟੁੱਟ ਗਏ ਆ। ਸਾਧ ਸੰਗਤ ਜੀ ਕਬੀਰ ਸਾਹਿਬ ਜੀ ਦਾ ਪਾਵਨ ਵਚਨ ਹੈ ਆਸਾ ਰਾਗ ਦੇ ਅੰਦਰ। ਕਬੀਰ ਸਾਹਿਬ ਆਖਣ ਲੱਗੇ ਕਿ ਮੇਰਾ ਵੀ ਵਿਆਹ ਹੋਇਆ ਪ੍ਰਮਾਤਮਾ ਦੇ ਨਾਲ। ਹੁਣ ਸਾਧ ਸੰਗਤ ਜੀ ਸ਼ਬਦ ਧਿਆਨ ਨਾਲ ਸੁਣਿਓ, ਸਾਡਾ ਵਿਆਹ ਰੱਬ ਦੇ ਨਾਲ ਕਿਵੇਂ ਹੋ ਸਕਦਾ ਹੈ? ਕਬੀਰ ਸਾਹਿਬ ਆਖਣ ਲੱਗੇ, ਤਨ ਰੈਨੀ ਮਨ ਪੁਨਰਪ ਕਰਹੁ ਪੰਚੋ ਤਤ ਬਰਾਤੀ, ਰਾਮ ਰਾਏ ਸੋ ਭਾਵਰ ਲੈਹੋ ਆਤਮ ਤੇ ਰੰਗ ਰਾਤੀ। ਇਹਦੀ ਰਹਾਉ ਦੀਆਂ ਪੰਕਤੀਆਂ ਕਬੀਰ ਸਾਹਿਬ ਆਖਣ ਲੱਗੇ, ਗਾਓ ਗਾਓ ਰੀ ਦੁਲਹਨੀ ਮੰਗਲ ਚਾਰਾ, ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ। ਕਬੀਰ ਸਾਹਿਬ ਆਖਣ ਲੱਗੇ, ਐ ਦੁਲਹਨੀ ਤੁਸੀਂ ਹੁਣ ਮੰਗਲ ਗਾਓ। ਕਿਉਂ? ਕਿਉਂਕਿ ਮੇਰੇ ਘਰ ਦੇ ਵਿੱਚ ਹੁਣ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਆ ਗਿਆ ਹੈ। ਸਾਧ ਸੰਗਤ ਜੀ ਆ ਮਾਈਆਂ ਸਿਆਣੀਆਂ ਬੈਠੀਆਂ, ਤੁਹਾਨੂੰ ਪਤਾ ਹੈ ਇੱਕ ਹੁੰਦਾ ਹੈ ਸਾਧ ਸੰਗਤ ਜੀ ਦੁਲਹਨ ਤੇ ਇੱਕ ਹੁੰਦੀ ਹੈ ਦੁਲਹਨੀ। ਇਹ ਦੋ ਸ਼ਬਦ ਹੈ। ਦੁਲਹਨ ਉਹ ਹੈ ਸਾਧ ਸੰਗਤ ਜੀ ਜਿਹਨੇ ਆਪਣੇ ਸਰੀਰ ਦੇ ਉੱਪਰ ਲਿਬਾਸ ਤਾਂ ਸਾਧ ਸੰਗਤ ਜੀ ਵਿਆਹ ਵਾਲਾ ਪਾਇਆ, ਆਪਣੇ ਹੱਥਾਂ ਦੇ ਵਿੱਚ ਚੂੜਾ ਵੀ ਪਾਇਆ, ਸਾਰਾ ਸ਼ਿੰਗਾਰ ਕੀਤਾ ਹੈ, ਪਰ ਹਜੇ ਦੁਲਹਨ ਹੈ, ਹਜੇ ਦੁਲਹਨ ਨਹੀਂ ਬਣੀ। ਸਾਧ ਸੰਗਤ ਜੀ ਦੁਲਹਨ ਹੀ ਨਹੀਂ ਬਣੀ। ਮੈਂ ਫਿਰ ਥੋੜਾ ਜਿਹਾ ਇਹਨੂੰ ਸਪਸ਼ਟ ਕਰਾਂ, ਦੋਨਾਂ ਵਿੱਚ ਫਰਕ ਹੈ। ਇੱਕ ਸਾਧ ਸੰਗਤ ਜੀ ਦੁਲਹਨ ਹੈ, ਇੱਕ ਦੁਲਹਨੀ ਹੈ। ਦੁਲਹਨੀ ਉਹ ਜਿਹਦਾ ਵਿਆਹ ਹੋ ਗਿਆ, ਜਿਹਦਾ ਆਨੰਦ ਕਾਰਜ ਹੋ ਗਿਆ। ਇੱਕ ਦਾ ਆਨੰਦ ਕਾਰਜ ਹੋਣਾ ਸੁਹਾਗ ਕੋਲ ਹੈ, ਸਾਧ ਸੰਗਤ ਜੀ ਕੱਪੜੇ ਕੋਲ ਹੈ, ਸ਼ਿੰਗਾਰ ਕੋਲ ਹੈ, ਸਭ ਕੁਝ ਕੋਲ ਹੈ, ਪਰ ਆਨੰਦ ਕਾਰਜ ਨਹੀਂ ਹੋਇਆ, ਉਹਨੂੰ ਦੁਲਹਨ ਆਖਦੇ ਨੇ। ਤੇ ਜਿਹੜੀ ਦੁਲਹਨ ਹੋਵੇ ਨਾ, ਤੁਹਾਨੂੰ ਸਾਰਿਆਂ ਨੂੰ ਪਤਾ ਜਦੋਂ ਆਨੰਦ ਕਾਰਜ ਹੁੰਦੇ ਨਾ ਧੀ ਦੇ, ਤੇ ਕੀ ਆਪਾਂ ਕਰਦੇ ਸਾਧ ਸੰਗਤ ਜੀ, ਉਸ ਵਕਤ ਨਾ ਧੀ ਬੈਠੀ ਹੈ, ਪਿੱਛੇ ਸਾਧ ਸੰਗਤ ਜੀ ਸਿਆਣੀਆਂ ਔਰਤਾਂ ਨੇ ਬੈਠਣਾ, ਨਾਲ ਪਿੱਛੇ ਇੱਕ ਸਿਆਣੀ ਔਰਤ ਬਿਠਾਈ ਜਾਂਦੀ ਹੈ। ਉਹ ਕਾਹਤੇ ਬਿਠਾਈ ਜਾਂਦੀ ਹੈ? ਕਿਉਂਕਿ ਉਹਨੂੰ ਪਤਾ ਹੈ ਉਹ ਉਸ ਕਾਰਜ ਵਿੱਚੋਂ ਨਿਕਲ ਚੁੱਕੀ ਹੈ। ਉਹਨੂੰ ਪਤਾ ਕਿ ਧੀਏ ਜਦੋਂ ਆਨੰਦ ਕਾਰਜ ਹੋਣਾ ਨਾ, ਆਪਾਂ ਸਾਰੇ ਦੇਖਦੇ ਹਾਂ ਜਦੋਂ ਸਾਧ ਸੰਗਤ ਜੀ ਬੱਚੀ ਨੂੰ ਉੱਠਣਾ ਹੋਵੇ ਨਾ, ਉਸੇ ਵਕਤ ਪਿੱਛੇ ਸਿਆਣੀ ਬੈਠੀ ਉਹਨੂੰ ਇਸ਼ਾਰਾ ਕਰਦੀ, ਲੈ ਧੀਏ ਉੱਠ ਖੜ, ਹੁਣ ਤੂੰ ਪਰਿਕਰਮਾ ਕਰ ਲੈ। ਉਹਦਾ ਕਾਰਨ ਕੀ ਹੈ? ਉਹ ਸਾਧ ਸੰਗਤ ਜੀ ਦੁਲਹਨੀ ਹੈ। ਦੁਲਹਨੀ ਤੋਂ ਭਾਵ ਉਹ ਇਸ ਕਾਰਜ ਵਿੱਚੋਂ, ਇਸ ਪੜਾਅ ਦੇ ਵਿੱਚੋਂ ਨਿਕਲ ਚੁੱਕੀ ਹੈ। ਇਸੇ ਕਰਕੇ ਕਬੀਰ ਸਾਹਿਬ ਆਖਣ ਲੱਗੇ ਕਿ ਗਾਓ ਗਾਉਰੀ ਦੁਲਹਨੀ ਮੰਗਲ ਚਾਰਾ। ਇਹ ਦੁਲਹਨੀ, ਇਹ ਰੱਬ ਨੂੰ ਮਿਲੇ ਹੋਏ ਭਗਤੋ, ਇਹ ਰੱਬ ਦੇ ਨਾਲ ਰੱਤੇ ਹੋਏ ਭਗਤੋ, ਤੁਸੀਂ ਕਿਰਪਾ ਕਰੋ, ਮੇਰੀ ਸਹਾਇਤਾ ਕਰੋ। ਕਿਤੇ ਇਹ ਨਾ ਹੋਵੇ ਹੁਣ ਮੈਂ ਆਨੰਦ ਕਾਰਜ ਤੱਕ ਪਹੁੰਚਿਆ, ਮੈਂ ਵਰ ਤੱਕ ਪਹੁੰਚਿਆ, ਕੋਈ ਵਿਛੋੜਾ ਪੈ ਜਾਵੇ। ਕਿਉਂਕਿ ਇੱਕ ਵੀ ਗਲਤੀ ਹੋ ਗਈ, ਉੱਥੇ ਸਾਧ ਸੰਗਤ ਜੀ ਰੱਬ ਦੇ ਨਾਲੋਂ ਪ੍ਰੀਤ ਟੁੱਟ ਜਾਂਦੀ ਹੈ। ਅੱਜ ਵੀ ਜੇ ਕੋਈ ਆਨੰਦ ਕਾਰਜ ਵਿੱਚ ਗਲਤੀ ਹੋ ਜਾਵੇ ਨਾ ਕੋਈ, ਸਾਧ ਸੰਗਤ ਜੀ ਸਾਰੇ ਲੋਕ ਫਿਰ ਉਸ ਗਲਤੀ ਨੂੰ ਯਾਦ ਰੱਖਦੇ, ਆ ਗਲਤੀ ਕੀਤੀ ਸੀ, ਭਾਵੇਂ ਬੱਚੀ ਭਾਵੇਂ ਬੱਚਾ ਹੋਵੇ। ਇਸੇ ਤਰ੍ਹਾਂ ਕਬੀਰ ਸਾਹਿਬ ਆਖਣ ਲੱਗੇ ਹੁਣ ਕੋਈ ਗਲਤੀ ਨਾ ਹੋਵੇ, ਇਹ ਰੱਬ ਦੇ ਭਗਤੋ ਤੁਸੀਂ ਮੇਰੀ ਸਹਾਇਤਾ ਕਰੋ, ਤੁਸੀਂ ਮੈਨੂੰ ਉਹ ਚੀਜ਼ ਦੱਸੋ ਜਿਹਦੇ ਨਾਲ ਰੱਬ ਦੇ ਨਾਲ ਮੇਰੀ ਬਣ ਜਾਵੇ। ਹੁਣ ਬਣਨੀ ਕਿਵੇਂ ਹੈ? ਜਿਹੜੀ ਅਰੰਭਤਾ ਦੇ ਬਚਨ ਹੈ ਨਾ, ਤਨ ਰੈਨੀ ਮਨ ਪੁਨਰਪ ਕਰਹੁ। ਸਾਧ ਸੰਗਤ ਜੀ ਤਨ ਰੈਨੀ ਦਾ ਪਤਾ ਅਰਥ ਕੀ ਹੈ? ਰੈਨ ਆਖਦੇ ਨੇ ਧੂੜ ਨੂੰ, ਮਿੱਟੀ ਨੂੰ। ਕਬੀਰ ਸਾਹਿਬ ਆਖਣ ਲੱਗੇ, ਕਹਿੰਦੇ ਰੱਬ ਦੇ ਨਾਲ ਤੇਰਾ ਵਿਆਹ ਉਦੋਂ ਹੋਣਾ ਹੈ, ਰੱਬ ਦੇ ਨਾਲ ਤੂੰ ਵਿਆਹ ਉਦੋਂ ਜਾਣਾ ਜਦੋਂ ਤੂੰ ਆਪਣੇ ਤਨ ਨੂੰ ਸਾਧ ਸੰਗਤ ਜੀ ਰੈਨੀ ਕਰ ਲਵੇਂ। ਰੈਨੀ ਤੋਂ ਭਾਵ ਜਦੋਂ ਤੂੰ ਆਪਣੇ ਅੰਦਰੋਂ ਅਹੰਕਾਰ ਛੱਡ ਦਵੇਂ, ਆਪਣੇ ਅੰਦਰੋਂ ਸਾਧ ਸੰਗਤ ਜੀ ਮਾਣ ਹਉਮੈ ਤਿਆਗ ਦਵੇਂ, ਜਦੋਂ ਨੀਵਾਂਪਨ ਆ ਜਾਵੇ, ਮਹਾਰਾਜ ਕਹਿੰਦੇ ਉਸ ਵਕਤ ਤੇਰੀ ਰੱਬ ਦੇ ਨਾਲ ਪ੍ਰੀਤ ਬਣ ਜਾਵੇਗੀ। ਤਨ ਰੈਨੀ ਮਨ ਪੁਨਰਪ ਕਰਹੁ। ਸਾਧ ਸੰਗਤ ਜੀ ਮਨ ਪੁਨਰਪ, ਪੁਨ ਆਖਦੇ ਨੇ ਭਲੇ ਗੁਣਾਂ ਨੂੰ,
ਆਪ ਆਖਦੇ ਨੇ ਸਾਧ ਸੰਗਤ ਜੀ ਵਾਰ-ਵਾਰ ਕਰਨੇ। ਜਿਹੜਾ ਬੰਦਾ ਪੁੰਨ ਕਰਦਾ, ਭਲੇ ਗੁਣ ਕਰਦਾ ਨਾ, ਉਹ ਵਾਰ-ਵਾਰ ਸਾਧ ਸੰਗਤ ਜੀ ਆਖਦਾ ਕਿ ਮੈਂ ਹੋਰ ਵੀ ਚੰਗਾ ਕਰ ਲਵਾਂ, ਹੋਰ ਵੀ ਚੰਗਾ ਕਰ ਲਵਾਂ। ਇਸ ਕਰਕੇ ਰੱਬ ਦਾ ਭਗਤ ਸਾਧ ਸੰਗਤ ਜੀ ਉਹ ਵਾਰ-ਵਾਰ ਭਲੇ ਕਰਮਾਂ, ਭਲੇ ਗੁਣਾਂ ਵੱਲ ਨੂੰ ਜਾਂਦਾ। ਕਬੀਰ ਸਾਹਿਬ ਆਖਣ ਲੱਗੇ, ਤੇਰਾ ਰੱਬ ਦੇ ਨਾਲ ਵਿਆਹ ਹੋ ਜਾਵੇਗਾ ਜਦੋਂ ਤੂੰ ਆਪਣੇ ਮਨ ਦੇ ਅੰਦਰੋਂ ਹਉਮੈ ਅਹੰਕਾਰ ਨੂੰ ਛੱਡ ਦਵੇਂਗਾ। ਤੇਰਾ ਜਿਹੜਾ ਮਨ ਉਹ ਵਾਰ-ਵਾਰ ਭਲੇ ਕੰਮਾਂ ਨੂੰ ਦੌੜੇ, ਭਲੇ ਭਲੇ ਗੁਣਾਂ ਨੂੰ ਦੌੜੇ। ਤਨ ਰੈਨੀ ਮਨ ਪੁਨਰਪ ਕਰਹੁ ਪੰਚੋ ਤਤ ਵਰਾਤੀ। ਹੁਣ ਸਾਧ ਸੰਗਤ ਜੀ ਤੱਤਾਂ ਦੀ ਗੱਲ ਕੀਤੀ ਹੈ। ਜਿਹੜਾ ਸਾਡਾ ਆਹ ਸਰੀਰ ਹੈ ਇਹ 5 ਤੱਤਾਂ ਦਾ ਬਣਿਆ ਹੋਇਆ। ਮਹਾਰਾਜ ਕਹਿੰਦੇ ਇਹਨਾਂ ਤੱਤਾਂ ਨੂੰ ਆਪਣਾ ਵਰਾਤੀ ਬਣਾ ਲੈ। ਜਦੋਂ ਇਹ ਸਾਡੇ ਤੱਤ ਵਰਾਤੀ ਬਣ ਜਾਣ ਫਿਰ ਸਾਧ ਸੰਗਤ ਜੀ ਰਾਮ ਰਾਏ ਸੋ ਭਾਵਰ ਲੈਹੋ। ਫਿਰ ਕਹਿੰਦੇ ਉਸ ਰਾਮ ਰਾਏ ਦੇ ਨਾਲ ਤੇਰਾ ਵਿਆਹ ਹੋ ਜਾਣਾ। ਰਾਮ ਰਾਏ ਸਿਓ ਭਾਵਰ ਲੈਹੋ ਆਤਮ ਤੇਹ ਰੰਗ ਰਾਤੀ। ਆਤਮਾ ਦਾ ਪਰਮਾਤਮਾ ਦੇ ਨਾਲ ਵਿਆਹ ਹੋ ਜਾਂਦਾ ਹੈ। ਹੁਣ ਸਾਧ ਸੰਗਤ ਜੀ ਇਹ ਤੋਂ ਜਿਹੜੀਆਂ ਅਗਲੀਆਂ ਪੰਕਤੀਆਂ ਨਾ ਉਹਦੇ ਅੰਦਰ ਸਤਿਗੁਰੂ ਜੀ ਨੇ ਜ਼ਿਕਰ ਇੱਕ ਹੋਰ ਕੀਤਾ। ਉਹ ਆਖਣ ਲੱਗੇ, ਨਾਭ ਕਮਲ ਮੈਂ ਬੇਦੀ ਰਚ ਲੈ ਬ੍ਰਹਮ ਗਿਆਨ ਉਚਾਰਾ। ਸੰਗਤ ਜੀ ਥੋੜਾ ਜਿਹਾ ਸਮਾਂ ਬਸ ਹੋਰ ਹੈ, ਤਕਰੀਬਨ 10 ਮਿੰਟ ਬਾਕੀ ਹੈ। ਮੈਂ ਬੇਨਤੀ ਕਰਾਂ ਥੋੜ੍ਹੀ ਜਿਹੀ ਇਕਾਗਰਤਾ ਰੱਖਿਓ, ਕਿਉਂਕਿ ਜਿਹੜਾ ਇਹ ਸ਼ਬਦ ਨੇ ਇਹ ਸਾਡੀ ਜ਼ਿੰਦਗੀ ਵਿੱਚ ਘਰ ਘਰ ਜਾਣਾ ਚਾਹੀਦਾ ਹੈ। ਸਾਧ ਸੰਗਤ ਜੀ ਕੱਲ੍ਹ ਨੂੰ ਆਪਾਂ ਕਿਤੇ ਬੈਠੀਏ, ਸਾਨੂੰ ਇਹ ਸ਼ਬਦ ਦੀਆਂ ਪੰਕਤੀਆਂ ਯਾਦ ਹੋਵੇ, ਸਾਨੂੰ ਪਤਾ ਹੋਵੇ ਗੁਰਬਾਣੀ ਕਿਹੜੇ ਵਿਆਹ ਦੀ ਗੱਲ ਕਰਦੀ ਹੈ। ਪਾਤਸ਼ਾਹ ਜੀ ਆਖਣ ਲੱਗੇ, ਨਾਭ ਕਮਲ ਮੈਂ ਬੇਦੀ ਰਚ ਲੈ ਬ੍ਰਹਮ ਗਿਆਨ ਉਚਾਰਾ। ਜਿਹੜੇ ਭਗਤ ਹੈ ਨਾ ਸਾਧ ਸੰਗਤ ਜੀ ਉਹਨਾਂ ਨੇ ਜਿਹੜੀ ਬੇਦੀ ਹੈ, ਕਿਉਂਕਿ ਪੁਰਾਤਨ ਸਮੇਂ ਦੀ ਉਦਾਹਰਨ ਹੈ, ਕਿਉਂਕਿ ਪਹਿਲਾਂ ਬੇਦੀ ਦੇ ਨਾਲ ਵਿਆਹ ਹੁੰਦੇ ਸੀ। ਸਾਧ ਸੰਗਤ ਜੀ ਹੁਣ ਤਾਂ ਆਨੰਦ ਕਾਰਜ ਕਰਨੇ ਸੌਖੇ ਹੈ। ਇਹ ਇੱਕ ਸਾਧ ਸੰਗਤ ਜੀ ਰਿਪੂ ਦਮਨ ਰਾਜਾ ਹੋਇਆ, ਰਿਪੂ ਦਮਨ ਸਿੰਘ ਇਹ ਰਾਜਾ ਹੋਇਆ ਨਾਭੇ ਦਾ। ਜੇ ਤੁਸੀਂ ਕਿਤੇ ਹਿਸਟਰੀ ਪੜ੍ਹੀ ਹੋਵੇ, ਇਹ ਆਨੰਦ ਕਾਰਜ ਦਾ ਐਕਟ ਸਾਧ ਸੰਗਤ ਜੀ ਉਹਨਾਂ ਨੇ ਇਹ ਪਾਸ ਕਰਾਇਆ ਸੀ। ਜਿਸ ਵਕਤ ਅੰਗਰੇਜ਼ਾਂ ਦਾ ਇੱਥੇ ਰਾਜ ਹੋਇਆ ਨਾ, ਉਹਨਾਂ ਨੇ ਇਹ ਸਾਧ ਸੰਗਤ ਜੀ ਆਨੰਦ ਕਾਰਜ ਬੰਦ ਕਰਾ ਦਿੱਤਾ ਸੀ। ਜੇ ਤੁਹਾਨੂੰ ਇਸ ਗੱਲ ਦਾ ਪਤਾ ਹੋਵੇ, ਉਹ ਆਖਦੇ ਸੀ ਜਿਹਦਾ ਆਨੰਦ ਕਾਰਜ ਹੋ ਗਿਆ ਉਹਨੂੰ ਨਜਾਇਜ਼ ਗਿਣਿਆ ਜਾਵੇਗਾ, ਉਹਦਾ ਬੱਚਾ ਵੀ ਨਜਾਇਜ਼ ਹੋਵੇਗਾ, ਉਹਦੇ ਨਾਮ ਦੇ ਉੱਪਰ ਜ਼ਮੀਨ ਜਾਇਦਾਦ ਨਹੀਂ ਹੋ ਸਕਦੀ। ਇਹ ਆਨੰਦ ਕਾਰਜ ਬੰਦ ਕਰ ਦਿੱਤੇ ਗਏ ਸੀ। ਸਾਧ ਸੰਗਤ ਜੀ ਉਸ ਸਿੱਖ ਨੇ ਬੜੀ ਹਿੰਮਤ ਕਰਕੇ, ਬੜੀ ਮਿਹਨਤ ਕਰਕੇ ਸਾਧ ਸੰਗਤ ਜੀ ਇਹ ਐਕਟ ਫਿਰ ਉਸ ਵਕਤ ਪਾਸ ਕੀਤਾ। ਫਿਰ ਪਾਸ ਕਰਕੇ ਨਾ ਤਾਂ ਸਾਧ ਸੰਗਤ ਜੀ ਸਾਡੀ ਅੱਜ ਆ ਵਾਹਿਗੁਰੂ ਅਕਾਲ ਪੁਰਖ ਨੇ ਕਿਰਪਾ ਕੀਤੀ। ਜਿਹੜੀ ਮੈਂ ਬੇਨਤੀ ਕਰਨ ਲੱਗਿਆ, ਕਹਿੰਦੇ ਜਿਹੜੇ ਭਗਤ ਹੈ ਨਾ ਜਿਨ੍ਹਾਂ ਰੱਬ ਦੇ ਨਾਲ ਵਿਆਹ ਕਰਨਾ ਹੋਵੇ, ਨਾਭ ਕਮਲ ਮੈਂ ਬੇਦੀ ਰਚ ਲੈ। ਨਾਭ ਆਖਦੇ ਨੇ ਨਾਭੀ ਨੂੰ। ਕਹਿੰਦੇ ਆਪਣੀ ਪਿੱਠ ਨੂੰ ਸਿੱਧੀ ਕਰਕੇ ਨਾ ਸਾਧ ਸੰਗਤ ਜਿਹੜਾ ਬੰਦਾ ਆਖੇ ਵਾਹਿਗੁਰੂ ਵਾਹਿਗੁਰੂ, ਫਿਰ ਜਿਹੜਾ ਆਪਣੀ ਰਸਨਾ ਤੋਂ ਇਸ ਤਰ੍ਹਾਂ ਕਰਕੇ ਵਾਹਿਗੁਰੂ ਦਾ ਸਿਮਰਨ ਕਰਦਾ ਹੈ, ਮਹਾਰਾਜ ਕਹਿੰਦੇ ਉਹਦੀ ਫਿਰ ਐਸ ਨਾਭੀ ਦੇ ਵਿੱਚ ਫਿਰ ਇੱਕ ਬੇਦੀ ਪੈਦਾ ਹੁੰਦੀ, ਭਾਵ ਇੱਕ ਧੁਨੀ ਪੈਦਾ ਹੁੰਦੀ ਹੈ। ਨਾਭ ਕਲਮੈ ਬੇਦੀ ਰਚ ਲੈ ਬ੍ਰਹਮ ਗਿਆਨ ਵਿਚਾਰਾ। ਫਿਰ ਉਹਨੂੰ ਬ੍ਰਹਮ ਗਿਆਨ ਸਾਧ ਸੰਗਤ ਜੀ ਪੈਦਾ ਹੋ ਜਾਂਦਾ। ਫਿਰ ਅੱਗੇ ਪਾਤਸ਼ਾਹ ਜੀ ਆਖਦੇ ਨੇ, ਨਾਭ ਕਲਮ ਬੇਦੀ ਰਚ ਲੈ ਬ੍ਰਹਮ ਗਿਆਨ ਵਿਚਾਰਾ ਰਾਮ ਰਾਏ ਸੋ ਦੁੱਲੋ ਪਾਇਓ ਅਸਵਡ ਭਾਗ ਹਮਾਰਾ। ਕਹਿੰਦੇ ਫਿਰ ਰਾਮ ਰਾਏ ਦੁੱਲਾ ਪ੍ਰਾਪਤ ਹੋ ਗਿਆ। ਇਸੇ ਕਰਕੇ ਫਿਰ ਹੁਣ ਇੱਕ ਸਵਾਲ ਉੱਠਿਆ ਕਿ ਕਬੀਰ ਸਾਹਿਬ ਜੀ ਤੁਹਾਡੀ ਵਿਆਹ ਦੇ ਵਿੱਚ ਕੌਣ ਕੌਣ ਆਏ ਆ? ਕਿਉਂਕਿ ਆ ਕੱਲ੍ਹ ਪਰਸੋਂ ਨੂੰ ਵਿਆਹ ਆਨੰਦ ਕਾਰਜ ਹੋਣਾ ਹੈ, ਆਪਾਂ ਦੇਖਦੇ ਬਰਾਤੀ ਕਿੰਨੇ ਕੁ ਆਏ ਆ। ਕਬੀਰ ਸਾਹਿਬ ਨੂੰ ਜਦੋਂ ਪੁੱਛਿਆ, ਕਹਿੰਦੇ ਤੁਹਾਡੇ ਵਿਆਹ ਦੇ ਵਿੱਚ ਕਿਹੜੇ ਕਿਹੜੇ ਬਰਾਤੀ ਆਏ? ਉਸ ਵਕਤ ਕਬੀਰ ਸਾਹਿਬ ਆਖਣ ਲੱਗੇ, ਸੁਰ ਨਰ ਮੁਨ ਜਨ ਕੌਤਕ ਆਏ ਕੋਟ 33 ਉਜਾਨਾ। ਕਹਿੰਦੇ ਮੇਰੇ ਵਿਆਹ ਦੇ ਵਿੱਚ ਜਦੋਂ ਰੱਬ ਦੇ ਨਾਲ ਮੇਰੀ ਲਿਵ ਜੁੜੀ, ਜਦੋਂ ਰੱਬ ਦੇ ਨਾਲ ਮੇਰਾ ਵਿਆਹ ਹੋਇਆ, ਸਾਧ ਸੰਗਤ ਜੀ ਫਿਰ ਇਸ ਵਿਆਹ ਦੇ ਵਿੱਚ ਜਿੰਨੇ ਦੇਵੀ ਦੇਵਤੇ ਸਾਰੇ ਹਾਜ਼ਰ ਹੋ ਗਏ। ਸੁਰ ਨਰ ਮੁਨ ਜਨ ਕੌਤਕ ਆਏ ਕੋਟ 33 ਉਜਾਨਾ। ਮੈਂ ਬੇਨਤੀ ਕਰਾਂ ਸਾਧ ਸੰਗਤ ਜੀ ਦੇਵਤੇ ਸਤਿਕਾਰਯੋਗ ਹੈ, ਪਰ ਗੁਰੂ ਕੇ ਸਿੱਖੋ ਜੇ ਆਪਾਂ ਸਾਰੀ ਉਮਰ ਦੇਵਤਿਆਂ ਮਗਰ ਘੁੰਮਦੇ ਰਹੇ, ਹੋ ਸਕਦਾ ਤੁਹਾਨੂੰ ਨਾ ਮਿਲੇ, ਪਰ ਜਿਸ ਦਿਨ ਤੁਸੀਂ ਆਪਣੀ ਪਿੱਠ ਨੂੰ ਸਿੱਧੀ ਕਰਕੇ ਚੌਂਕੜਾ ਮਾਰ ਕੇ ਵਾਹਿਗੁਰੂ ਵਾਹਿਗੁਰੂ ਕਰਨਾ ਸ਼ੁਰੂ ਕਰ ਦਿੱਤਾ, ਇਹ ਦੇਵਤੇ ਤੁਹਾਡੀ ਬਰਾਤ ਵਿੱਚ ਆਪਣੇ ਆਪ ਆ ਜਾਣਗੇ। ਸੁਰ ਨਰ ਮੁਨਜਨ ਕੌਤਕ ਆਏ ਕੋਟ 33 ਉਜਾਨਾ। ਕਹਿ ਕਬੀਰ ਮੋਹੇ ਵਿਆਹੇ ਚੱਲੇ ਹੈ ਪੁਰਖ ਏਕ ਭਗਵਾਨਾ। ਫਿਰ ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਵਿਆਹ ਹੋ ਗਿਆ। ਹੁਣ ਵਿਆਹ ਦੇ ਲੱਛਣ ਦੱਸੇ ਆ। ਤੁਸੀਂ ਇੱਕ ਸ਼ਬਦ ਤੁਹਾਨੂੰ ਯਾਦ ਹੋਵੇ ਕਹਿ ਕੇ ਸਮਾਪਤੀ ਕਰਾਂ। ਸਾਧ ਸੰਗਤ ਜੀ ਅਕਸਰ ਇਹ ਜਿਹੜਾ ਸ਼ਬਦ ਹੈ ਨਾ,
ਜਦੋਂ ਆਨੰਦ ਕਾਰਜ ਹੁੰਦੇ ਆ, ਆਨੰਦ ਕਾਰਜ ਤੋਂ ਬਾਅਦ ਰਾਗੀ ਸਿੰਘ ਕੀਰਤਨੀ ਸਿੰਘ ਪੜ੍ਹਦੇ ਨੇ, ਵਿਆਹੋ ਹੋਆ ਮੇਰੇ ਬਾਬੂਲਾ ਗੁਰਮੁਖੇ ਹਰ ਪਾਇਆ। ਹੁਣ ਸਾਧ ਸੰਗਤ ਜੀ ਇਹ ਗੁਣ ਹੈ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਜਦੋਂ ਤੇਰਾ ਵਿਆਹ ਪਰਮਾਤਮਾ ਦੇ ਨਾਲ ਹੋ ਗਿਆ, ਵਿਆਹੋ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ। ਇੱਥੇ ਗੁਰਮੁਖ ਦਾ ਅਰਥ ਹੈ ਗੁਰੂ। ਜਦੋਂ ਸਾਧ ਸੰਗਤ ਜੀ ਗੁਰੂ ਦੀ ਕਿਰਪਾ ਹੋ ਗਈ, ਗੁਰੂ ਸਹਾਈ ਹੋ ਗਿਆ, ਤੇਰਾ ਵਿਆਹ ਅਕਾਲ ਪੁਰਖ ਦੇ ਨਾਲ ਗੁਰਮੁਖੇ ਹਰ ਪਾਇਆ। ਮਹਾਰਾਜ ਕਹਿੰਦੇ ਫਿਰ ਨਿਸ਼ਾਨੀ ਕੀ ਹੈ? ਅਗਿਆਨ ਅੰਧੇਰਾ ਕਟਿਆ, ਗੁਰ ਗਿਆਨ ਪ੍ਰਚੰਡ ਬਲਾਇਆ। ਫਿਰ ਜਦੋਂ ਤੂੰ ਗੁਰੂ ਦਾ ਸਾਧ ਸੰਗਤ ਜੀ ਸ਼ਬਦ ਲੈ ਕੇ ਆਪਣੇ ਅੰਦਰੋਂ ਸਾਧ ਸੰਗਤ ਜੀ ਗੁਰੂ ਦਾ ਦੀਵਾ ਬਾਲ ਲਿਆ, ਗੁਰੂ ਦਾ ਪ੍ਰਚੰਡਾ ਬਾਲ ਲਿਆ, ਤੇਰੇ ਅੰਦਰੋਂ ਅਗਿਆਨ ਮਿਟ ਜਾਵੇਗਾ। ਹੁਣ ਸਾਧ ਸੰਗਤ ਜੀ ਆਪ ਝਾਤੀ ਮਾਰ ਕੇ ਦੇਖੋ, ਮੈਂ ਗੱਲ ਕਹਿਣੀ ਨਹੀਂ ਚਾਹੁੰਦਾ, ਆਪਣੇ ਅੰਦਰ ਨੂੰ ਆਪ ਫਰੋਲ ਕੇ ਦੇਖਿਓ। ਅੱਜ ਆਪਾਂ ਭਾਈ ਤਾਂ ਕਿਰਪਾਨ ਹੈ, ਗਾਤਰੇ ਸਾਡੇ ਕਿਰਪਾਨ ਹੈ, ਨਿਤਨੇਮ ਵੀ ਕਰਦੇ ਆ, ਗੁਰਬਾਣੀ ਵੀ ਪੜ੍ਹਦੇ ਆ, ਸਵੇਰ ਸ਼ਾਮ ਗੁਰੂ ਨਮਸਕਾਰ ਵੀ ਕਰੀਦੀ ਹੈ, ਤੇ ਸਾਧ ਸੰਗਤ ਜੀ ਸਿੱਖ ਵੀ ਅਖਵਾਉਂਦੇ। ਪਰ ਅੱਜ ਵੀ ਆਪਾਂ ਅਗਿਆਨ ਦੇ ਹਨੇਰੇ ਵਿੱਚ ਤੁਰੇ ਫਿਰਦੇ ਆ। ਕਿਹੜਾ ਅਗਿਆਨ ਦਾ ਹਨੇਰਾ ਹੈ? ਘਰ ਵਿੱਚੋਂ ਬੰਦਾ ਤੁਰਨ ਲੱਗਿਆ ਕੰਮ ਵਾਸਤੇ, ਰੱਬ ਨਾ ਕਰੇ ਕੋਈ ਛਿੱਕ ਮਾਰ ਦੇਵੇ, ਸਾਧ ਸੰਗਤ ਜੀ ਉਸੇ ਵਕਤ ਆਖਦੇ ਉਹ ਭਲਿਆ ਤੈਂ ਬਹੁਤ ਮਾੜਾ ਕੀਤਾ, ਤੈਂ ਛਿੱਕ ਮਾਰ ਦਿੱਤੀ। ਕਿੱਡਾ ਵੱਡਾ ਅਗਿਆਨ ਹੈ। ਸਾਧ ਸੰਗਤ ਜੀ ਰਸਤੇ ਵਿੱਚ ਜਾਂਦੇ ਪਏ ਬਹੁਤ ਜ਼ਰੂਰੀ ਕੰਮ ਹੈ, ਜੇ ਸਾਧ ਸੰਗਤ ਜੀ ਕਿਤੇ ਕੋਈ ਬਿੱਲੀ ਰਸਤਾ ਕੱਢ ਦੇਵੇ, ਉੱਥੇ ਸਾਧ ਸੰਗਤ ਜੀ ਆਪਾਂ ਬ੍ਰੇਕਾਂ ਲਾ ਕੇ ਬੈਠਦੇ, ਬੜਾ ਅਪਸ਼ੁਕਨ ਹੋ ਗਿਆ। ਪੜ੍ਹਦੇ ਗੁਰਬਾਣੀ ਆ। ਮਹਾਰਾਜ ਕਹਿੰਦੇ ਯਾਦ ਰੱਖੀ, ਸਿੱਖ ਦੀ ਨਿਸ਼ਾਨੀ ਨਹੀਂ, ਸਿੱਖ ਦੀ ਨਿਸ਼ਾਨੀ ਉਹ ਹੈ ਅਗਿਆਨ ਅੰਧੇਰਾ ਕਟਿਆ, ਉਹਦੇ ਅੰਦਰੋਂ ਇਹ ਵਹਿਮਾਂ ਭਰਮਾਂ ਦਾ ਹਨੇਰਾ ਕੱਟਿਆ ਜਾਵੇਗਾ। ਅਗਿਆਨ ਅੰਧੇਰਾ ਕਟਿਆ, ਗੁਰ ਗਿਆਨ ਪ੍ਰਚੰਡ ਬਲਾਇਆ, ਬਲਿਆ ਗੁਰ ਗਿਆਨ ਅੰਧੇਰਾ ਵਿਨਸਿਆ, ਹਰ ਰਤਨ ਪਦਾਰਥ ਲਾਦਾ, ਹਉਮੈ ਰੋਗ ਗਿਆ ਦੁਖ ਲਾਥਾ, ਆਪ ਆਪੈ ਗੁਰਮਤਿ ਖਾਧਾ। ਪਰ ਮਹਾਰਾਜ ਕਹਿੰਦੇ ਹੁਣ ਹੋਇਆ ਕਿ ਅਕਾਲ ਮੂਰਤ ਵਰ ਪਾਇਆ, ਅਵਨਾਸੀ ਨਾ ਕਦੇ ਮਰੇ ਨਾ ਜਾਇਆ। ਮਹਾਰਾਜ ਕਹਿੰਦੇ ਹੁਣ ਉਹ ਵਰ ਪ੍ਰਾਪਤ ਹੋ ਗਿਆ ਜਿਸ ਵਰ ਨੇ ਖਤਮ ਨਹੀਂ ਹੋਣਾ ਹੈ, ਜਿਸ ਵਰ ਦੇ ਅਫਸੋਸ ਵਿੱਚ ਨਹੀਂ ਬੈਠਣਾ ਪਵੇਗਾ, ਜਿਸ ਸਾਧ ਸੰਗਤ ਜੀ ਵਰ ਦੇ ਸਾਧ ਸੰਗਤ ਜੀਓ ਹਮੇਸ਼ਾ ਖੁਸ਼ੀ ਹੀ ਪ੍ਰਗਟਾਵੇ ਹੋਵੇਗੀ। ਹੁਣ ਉਹ ਅਕਾਲ ਮੂਰਤ ਵਰ ਪ੍ਰਾਪਤ ਹੋ ਗਿਆ, ਨਾ ਕਦੇ ਮਰੇ ਨਾ ਜਾਇਆ। ਫਿਰ ਸਿੱਖ ਦਾ ਵਿਆਹ ਅਕਾਲ ਪੁਰਖ ਦੇ ਨਾਲ ਹੋ ਜਾਂਦਾ। ਸਾਧ ਸੰਗਤ ਜੀ ਸਿੱਖ ਦਾ ਜੀਵਨ ਤਾਂ ਮੁੱਕ ਸਕਦਾ ਹੈ, ਸਰੀਰ ਮੁੱਕ ਸਕਦਾ, ਪਰ ਅਕਾਲ ਪੁਰਖ ਵਾਹਿਗੁਰੂ ਬਰ ਸਾਧ ਸੰਗਤ ਜੀ ਉਹ ਨਹੀਂ ਕਦੇ ਖਤਮ ਹੋ ਸਕਦਾ। ਇਹਨੂੰ ਸਿੱਖ ਦਾ ਵਿਆਹ ਆਖਦੇ ਨੇ। ਗੁਰਬਾਣੀ ਦੇ ਵਿੱਚ ਇਹ ਤੀਸਰਾ ਵਿਆਹ ਹੈ। ਸਾਧ ਸੰਗਤ ਜੀ ਆਨੰਦ ਕਾਰਜ ਤੋਂ ਬਾਅਦ ਫਿਰ ਸਿੱਖ ਇਸ ਵਿਆਹ ਦੇ ਕਦਮਾਂ ਵੱਲ ਤੁਰਦਾ ਹੈ। ਜਦੋਂ ਆਨੰਦ ਕਾਰਜ ਹੋ ਜਾਵੇ ਨਾ, ਫਿਰ ਉਹ ਸਿੱਖ ਇਸ ਕਦਮ ਵੱਲ ਤੁਰਦਾ। ਯਤਨ ਕਰੀਏ ਆਪਾਂ ਜਿਨ੍ਹਾਂ ਦੇ ਆਨੰਦ ਕਾਰਜ ਹੋਏ ਹੈ, ਗੁਰਬਾਣੀ ਨੂੰ ਪੜ੍ਹ ਕੇ ਸਾਧ ਸੰਗਤ ਜੀ ਇਸ ਵਿਆਹ ਵੱਲ ਪਹੁੰਚੀਏ, ਆਪਣੇ ਅੰਦਰੋਂ ਅਗਿਆਨ ਦੇ ਹਨੇਰੇ ਨੂੰ ਦੂਰ ਕਰੀਏ। ਇੰਨੀ ਕੁ ਬੇਨਤੀ ਪ੍ਰਵਾਨ ਕਰਨੀ। ਫਿਰ ਬਹੁਤ ਬਹੁਤ ਧੰਨਵਾਦ ਗੁਰਮੁਖ ਪਿਆਰੇ ਭਾਈ ਚਰਨਜੀਤ ਸਿੰਘ, ਤਿਨਾਂ ਦੀ ਧਰਮ ਸਪਤਨੀ ਬੀਬੀ ਹਰਮੇਸ਼ ਕੌਰ ਜੀ, ਜਿਨ੍ਹਾਂ ਨੇ ਆਪਣੀ ਲਾਡਲੀ ਸਪੁੱਤਰੀ ਹਰਜੋਤ ਕੌਰ ਸਾਧ ਸੰਗਤ ਜੀ ਉਹਨਾਂ ਦੇ ਆਨੰਦ ਵਿਵਾਹ ਜੋ ਪਰਸੋਂ ਨੂੰ ਹੈ, ਉਹਦੇ ਵਿੱਚ ਆਪਾਂ ਸਾਰੇ ਇਕੱਤਰ ਹੋ ਕੇ ਬੈਠੇ ਹਾਂ। ਗੁਰੂ ਕਿਰਪਾ ਕਰੇ, ਰਹਿੰਦਾ ਕਾਰਜ ਨਿਰਵਿਘਨ ਨਿਪਰੇ ਕਰੇ, ਦੋਨਾਂ ਪਰਿਵਾਰਾਂ ਦਾ ਆਪਸੀ ਮੇਲ ਪਿਆਰ ਸਤ ਸੰਤੋਖ ਬਣਿਆ ਰਹੇ। ਆਪ ਸੰਗਤ ਦਾ, ਗੁਰੂ ਘਰ ਦਾ, ਗੁਰੂ ਪ੍ਰਬੰਧ ਦਾ, ਸਾਧ ਸੰਗਤ ਜੀ ਗੁਰਦੁਆਰੇ ਦੇ ਪ੍ਰਬੰਧ ਦਾ, ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਜੀ। ਬਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।